ਸਾਹਿਬ ਜੀ। ਤੇਰੀ ਕਵਨ ਕਵਨ ਗੁਣ ਕਹੇ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾਬਾਦ ਪਰਾਇਐ ਬੈਸਣਾ, ਸਾਈਂ ਮੁਝੈ ਨਾ ਦੇਹ। ਜੇ ਤੂੰ ਇਵੇਂ ਰੱਖਸੀ, ਜਿਉ ਸ਼ਰੀਰੋਂ ਲੇ। ਜੇ ਤੂੰ ਇਵੇਂ ਰੱਖਸੀ, ਜਿਉ ਸ਼ਰੀਰੋਂ ਲੇਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਲਤ ਪਲਤ ਸਵਾਰ ਦੇਣ ਵਾਲੇ ਗਰੀਬ ਨਵਾਜ, ਸ਼ਬਦ ਸਵਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਗੁਰੂ ਦਰਬਾਰ ਵਿੱਚ ਸੱਜ ਬੈਠ ਕੇ ਆਪ ਸੰਗਤਾਂ ਨੇ ਪਾਵਨ ਬਾਣੀ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕੀਤਾ ਹੈ। ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ, ਜੋ ਕਿ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਪਾਵਨ ਸ਼ਲੋਕ ਰੋਜ਼ਾਨਾ ਦੀ ਤਰ੍ਹਾਂ ਇੱਕ ਸ਼ਲੋਕ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਮਤ ਬੁੱਧ ਦੇ ਮੁਤਾਬਕ ਕਰਦੇ ਆ ਰਹੇ ਹਾਂ। ਅੱਜ ਵਿਚਾਰ ਅਧੀਨ ਸ਼ਲੋਕ ਲੜੀਵਾਰ ਸ਼ਲੋਕਾਂ ਦੇ ਵਿੱਚੋਂ 42 ਨੰਬਰ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1380 ਦੇ ਉੱਪਰ ਸ਼ੁਭਾਏਮਾਨ ਹੈ। ਆਓ ਇਸ ਪਾਵਨ ਬਚਨ ਦੀ ਵਿਚਾਰ, ਇਹਨਾਂ ਪਾਵਨ ਬਚਨਾਂ ਨੂੰ ਸਮਝਣ ਦਾ, ਵਿਚਾਰਨ ਦਾ, ਕੋਖਣ ਦਾ, ਪੜਤਾਲਣ ਦਾ ਯਤਨ ਕਰੀਏ। ਜਿਤਨੇ ਵੀ ਮਾਈ ਭਾਈਜਾਨ ਗੁਰੂ ਚਰਨਾਂ ਦੇ ਵਿੱਚ ਸੱਜ ਕੇ ਬੈਠੇ ਹੋ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਮਈ ਬਾਣੀ ਦੇ ਅੰਦਰ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ, ਉਹਦੀ ਸਿਫਤ ਸਲਾਹ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ ਤੇ ਸਤਿਗੁਰੂ ਸੱਚਾ ਪਾਤਸ਼ਾਹ ਬਾਣੀ ਦੇ ਅੰਦਰ ਇੱਕ ਤੋਂ ਬਿਨਾਂ ਕਿਸੇ ਦੂਸਰੇ ਦੀ ਗੱਲ ਕਰਦੇ ਹੀ ਨਹੀਂ। ਮਹਾਰਾਜ ਬਾਰ-ਬਾਰ ਇਹ ਆਖਦੇ ਨੇ, ਤੂੰ ਇੱਕ ਦੇ ਲੜ ਲੱਗਣਾ ਹੈ, ਇੱਕ ਦਾ ਹੋ ਕੇ ਜਿਉਣਾ ਹੈ। ਅਜਿਹਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਬਚਨ ਪ੍ਰਾਪਤ ਹੁੰਦਾ ਹੈ। ਮਹਾਰਾਜ ਆਖਦੇ ਨੇ, ਏਕ ਸਕੇ ਗੁਣ ਗਾਉ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਤੇ ਐਸੇ ਬਚਨ ਜਦੋਂ ਸਤਿਗੁਰੂ ਮਹਾਰਾਜ ਸਾਡੇ ਹਿਰਦੇ ਦੀ ਝੋਲੀ ਵਿੱਚ ਪਾਉਂਦੇ ਨੇ ਤੇ ਇਹਦਾ ਅਰਥ ਇਹ ਬਣਦਾ ਹੈ ਕਿ ਸਤਿਗੁਰੂ ਸਾਨੂੰ ਇੱਕ ਦੇ ਵੱਲ ਪ੍ਰੇਰਿਤ ਕਰ ਰਹੇ ਨੇ। ਔਰ ਮਹਾਰਾਜ ਦੱਸ ਵੀ ਰਹੇ ਨੇ ਕਿ ਇੱਕ ਤੋਂ ਬਿਨਾਂ ਸੰਸਾਰ ਦੇ ਅੰਦਰ ਕੋਈ ਦੂਜੀ ਹਸਤੀ ਨਹੀਂ ਹੈ ਜਿਹੜੀ ਸਾਰੇ ਸੰਸਾਰ ਦੀ ਪ੍ਰਕਿਰਿਆ ਨੂੰ ਚਲਾ ਰਹੀ ਹੋਵੇ। ਜਿੰਨਾ ਸੰਸਾਰ ਦਾ ਸਿਸਟਮ ਹੈ, ਜੋ ਕੁਝ ਦੁਨੀਆ ਦੇ ਅੰਦਰ ਹੈ, ਜੋ ਕੁਦਰਤ ਦੇ ਵਿੱਚ ਹੈ, ਉਹਨੂੰ ਚਲਾਉਣ ਵਾਲੀ ਤਾਕਤ ਦਾ ਨਾਮ ਪ੍ਰਮਾਤਮਾ ਹੈ। ਔਰ ਉਹਦੇ ਤੋਂ ਬਿਨਾਂ ਕੋਈ ਦੂਜੀ ਧਿਰ ਨਹੀਂ ਹੈ, ਉਹਦੇ ਤੋਂ ਬਿਨਾਂ ਕੋਈ ਐਸੀ ਤਾਕਤ ਨਹੀਂ ਹੈ ਜਿਹੜੀ ਸਾਰੇ ਸੰਸਾਰ ਦੀ ਕਾਰ ਚਲਾ ਰਹੀ ਹੋਵੇ। ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਆਖਦੇ, ਸਭਨਾ ਜੀਆਂ ਕਾ ਇੱਕ ਦਾਤਾ। ਅਕਾਲ ਪੁਰਖ ਵਾਹਿਗੁਰੂ ਦੇ ਵੱਖਰੇ ਵੱਖਰੇ ਗੁਣਾਂ ਨੂੰ ਮਹਾਰਾਜ ਨੇ ਆਪਣੇ ਢੰਗ ਤਰੀਕੇ ਦੇ ਨਾਲ ਬਿਆਨ ਕੀਤਾ। ਮਹਾਰਾਜ ਜਦੋਂ ਆਖਦੇ ਵੀ ਜੇ ਗੁਣ ਗਾਉਣੇ ਆ ਤੇ ਤੂੰ ਇੱਕ ਦੇ ਗਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਮਨ ਕਰਕੇ ਸੁਰਤ ਕਰਕੇ ਇੱਕ ਭਗਵੰਤ ਨੂੰ ਜਪਿਆ ਕਰ। ਇੱਕੋ ਮਾਲਕ ਹੈ ਤੇਰਾ, ਇੱਕ ਹੀ ਹੈ, ਉਹਦੇ ਤੋਂ ਬਿਨਾਂ ਕੋਈ ਦੂਜਾ ਸੰਸਾਰ ਵਿੱਚ ਹੈ ਹੀ ਨਹੀਂ। ਔਰ ਇਸ ਤੋਂ ਬਾਅਦ ਜੇ ਆਪਾਂ ਫੇਰ ਦੁਬਾਰਾ ਬਾਣੀ ਨੂੰ ਪੜ੍ਹ ਕੇ ਜ਼ਿਕਰ ਕਰੀਏ, ਗਰੀਬ ਨਵਾਜ ਕਹਿੰਦੇ, ਸਭਨਾ ਜੀਆਂ ਕਾ ਇੱਕ ਦਾਤਾ। ਇੱਕੋ ਹੀ ਦਾਤਾ ਹੈ ਸਾਰੇ ਜੀਵਾਂ ਦਾ, ਉਹਨੂੰ ਦਾਤਾ ਆਖ ਕੇ ਸੰਬੋਧਨ ਹੋਏ ਨੇ ਮਹਾਰਾਜ। ਕਹਿੰਦੇ ਉਹ ਇੱਕ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਦਾਤੇ ਦਾ ਅਰਥ ਹੁੰਦਾ ਹੈ ਦਾਨ ਦੇਣ ਵਾਲਾ, ਕੁਝ ਭੇਟਾ ਕਰਨ ਵਾਲਾ, ਕੁਝ ਕਿਸੇ ਨੂੰ ਕੋਲੋਂ ਦੇਣ ਵਾਲਾ, ਵੰਡਣ ਵਾਲਾ। ਔਰ ਸਾਰੇ ਸੰਸਾਰ ਨੂੰ ਸਾਹਾਂ ਦੀ ਦਾਤ ਵੰਡਦਾ ਹੈ, ਸਾਰੇ ਸੰਸਾਰ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਕੁਦਰਤੀ ਤੱਤ ਪੈਦਾ ਕਰਕੇ ਸਾਰੇ ਸੰਸਾਰ ਦੀ ਪ੍ਰਤਪਾਲਣਾ ਕਰਦਾ ਹੈ, ਇਸ ਲਈ ਉਹਨੂੰ ਦਾਤਾ ਆਖਿਆ ਬਾਣੀ ਦੇ ਵਿੱਚ। ਔਰ ਇਹ ਵੀ ਆਖਿਆ ਵੀ ਉਹਦੇ ਤੋਂ ਬਿਨਾਂ ਕੋਈ ਦੂਜਾ ਦਾਤਾ ਹੋਰ ਨਹੀਂ ਹੈ। ਜੇ ਤੂੰ ਗੁਣ ਗਾਉਣੇ ਹੈ ਤੇ ਇੱਕ ਦੇ ਗਾ, ਜੇ ਤੂੰ ਦਾਤ ਮੰਗਣੀ ਹੈ ਤੇ ਇੱਕ ਦੇ ਕੋਲੋਂ ਮੰਗ। ਬਸ ਇਉਂ ਮਹਾਰਾਜ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ। ਇੱਕ ਬਚਨ ਬਾਣੀ ਦਾ ਮੈਂ ਹੋਰ ਸਾਂਝਾ ਕਰ ਦੇਵਾਂ ਤਾਂ ਕਿ ਗੱਲ ਚੰਗੇ ਢੰਗ ਨਾਲ ਸਪਸ਼ਟ ਹੋ ਜਾਵੇ। ਗਰੀਬ ਨਵਾਜ ਮਹਾਰਾਜ ਜਦੋਂ ਬਾਣੀ ਰਚੇਤਾ ਮਹਾਂਪੁਰਖਾਂ ਨੇ ਬਾਣੀ ਰਚੀ ਹੈ, ਬਾਣੀ ਉਚਾਰਨ ਕੀਤੀ ਹੈ, ਤੇ ਜਗਤ ਗੁਰ ਸਵਾਮੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬਾਣੀ ਦਾ ਆਰੰਭ ਜਿਹੜਾ ਵਾ ਉਹ ਇੱਕ ਲਿਖ ਕੇ ਕੀਤਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਾਂਗੇ ਤੇ ਜਪਜੀ ਸਾਹਿਬ ਦੀ ਬਾਣੀ ਤੋਂ ਆਰੰਭ ਹੁੰਦਾ ਏ, ਤੇ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਤੋਂ ਪਹਿਲਾਂ ਸਾਨੂੰ ਮੰਗਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਕੀਤਾ ਮਿਲਦਾ ਹੈ। ਉਸ ਮੰਗਲ ਦੇ ਆਰੰਭ ਵਿੱਚ ਇੱਕ ਲਿਖਿਆ ਹੋਇਆ ਹੈ, ਜਿਹਨੂੰ ਅਸੀਂ ਇੱਕ ਓੰਕਾਰ ਕਰਕੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜਪਜੀ ਬਾਣੀ ਨੂੰ ਪੜ੍ਹਦੇ ਹਾਂ, ਇੱਕ ਓੰਕਾਰ ਆਵੇਗਾ, ਜਿਸ ਦਾ ਭਾਵ ਅਰਥ ਬਣਦਾ ਹੈ ਵੀ ਇਸ ਬਾਣੀ ਨੂੰ ਜਿਹੜੀ ਨੂੰ ਤੁਸੀਂ ਪੜ੍ਹਨ ਜਾ ਰਹੇ ਹੋ, ਜਿਸ ਬਾਣੀ ਨੂੰ ਤੁਸੀਂ ਵਿਸਥਾਰ ਦੇ ਨਾਲ ਪੜ੍ਹਨਾ ਹੈ ਕਾਵਿ ਰੂਪ ਦੇ ਵਿੱਚ, ਉਸ ਬਾਣੀ ਦੇ ਵਿੱਚ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਗਈ ਹੈ।
ਇਸ ਬਾਣੀ ਦੇ ਵਿੱਚ ਸੰਸਾਰੀ ਮਨੁੱਖ ਦੀ ਉਸਤਤ ਨਹੀਂ ਹੈ। ਇਸ ਬਾਣੀ ਦੇ ਵਿੱਚ ਨਿਰੰਕਾਰ ਅਕਾਲ ਪੁਰਖ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ ਵਿਸਤਾਰ ਕੀਤਾ ਹੈ ਤੇ ਨਾਲ ਉਹਦੇ ਗੁਣਾਂ ਨੂੰ ਮੰਨਣ ਦਾ ਢੰਗ ਤਰੀਕਾ ਸਾਰੀ ਮਨੁੱਖਤਾ ਨੂੰ, ਸਾਰੇ ਸੰਸਾਰ ਨੂੰ ਮਹਾਰਾਜ ਨੇ ਦਿੱਤਾ ਹੈ। ਜਦ ਵੀ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤਬਦੀਲ ਹੁੰਦਾ ਹੈ, 31 ਰਾਗਾਂ ਦੇ ਵਿੱਚ ਬਾਣੀ ਹੈ, ਤੇ ਜਦੋਂ ਵੀ ਕੋਈ ਰਾਗ ਤਬਦੀਲ ਹੁੰਦਾ ਹੈ, ਪਹਿਲਾ ਰਾਗ ਜਿਵੇਂ ਸ਼੍ਰੀ ਰਾਗ ਹੈ ਤੇ ਸ਼੍ਰੀ ਰਾਗ ਤੋਂ ਬਾਅਦ ਵਿੱਚ ਜਿਹੜਾ ਮਾਝ ਰਾਗ ਆਉਂਦਾ ਹੈ, ਜਦੋਂ ਸ਼੍ਰੀ ਰਾਗ ਸਮਾਪਤ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਅਗਲਾ ਰਾਗ ਮਾਝ ਰਾਗ ਆਰੰਭ ਹੁੰਦਾ ਹੈ ਨਾ, ਉਦੋਂ ਵੀ ਇੱਕ ਓੰਕਾਰ ਦੀ ਗੱਲ ਹੋਵੇਗੀ। ਮਾਝ ਤੋਂ ਬਾਅਦ ਜਦੋਂ ਸਮਾਪਤੀ ਹੋਵੇਗੀ ਮਾਝ ਰਾਗ ਦੀ ਤੇ ਗੌੜੀ ਰਾਗ ਆਰੰਭ ਹੋਵੇਗਾ, ਉਦੋਂ ਵੀ ਇੱਕ ਓੰਕਾਰ ਦਾ ਮੰਗਲ ਆਵੇਗਾ। ਇਹਦਾ ਅਰਥ ਹੈ 31 ਰਾਗਾਂ ਦੇ ਆਰੰਭ ਦੇ ਵਿੱਚ ਮਹਾਰਾਜ ਨੇ ਇੱਕ ਓੰਕਾਰ ਲਿਖਿਆ ਹੈ, ਜਿਸ ਦਾ ਭਾਵ ਕੀ ਬਣਦਾ ਹੈ? ਇਸ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਜਿਹੜੀ ਬਾਣੀ ਹੈ ਉਹ ਕਿਸੇ ਬੰਦੇ ਦੀ ਉਸਤਤ ਨਹੀਂ ਹੈ। ਕਿਸੇ ਬੰਦੇ ਦੇ ਲੜ ਲੱਗ ਕੇ ਜਿਉਣ ਲਈ ਨਹੀਂ ਆਖਿਆ ਬਾਣੀ ਨੇ, ਔਰ ਇਹ ਆਖਿਆ ਆਰੰਭ ਵਿੱਚ ਇੱਕ ਲਿਖ ਕੇ ਇਹ ਆਖਿਆ ਵੀ ਇਸ ਸਾਰੇ ਰਾਗ ਵਿੱਚ ਉਚਾਰਨ ਕੀਤੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਕਰਦੀ ਹੈ, ਔਰ ਇਸ ਇੱਕ ਓੰਕਾਰ ਦੀ ਗੱਲ ਹੋਵੇਗੀ ਬਾਣੀ ਵਿੱਚ। ਜੇ ਹੁਣ ਆਪਾਂ ਹੋਰ ਵੀ ਇਹਨੂੰ ਸੌਖਾ ਕਰਕੇ ਸਮਝਣਾ ਹੋਵੇ ਤੇ ਸਾਰੀ ਬਾਣੀ ਜਿਹੜੀ ਹੈ ਉਹ ਇੱਕ ਓੰਕਾਰ ਦੇ ਦੁਆਲੇ ਹੈ। ਸਾਰੀ ਬਾਣੀ ਸਾਨੂੰ ਇੱਕ ਓੰਕਾਰ ਦੇ ਲੜ ਲਾਉਂਦੀ ਹੈ। ਇੱਕ ਓੰਕਾਰ ਦਾ ਅਰਥ ਹੈ ਉਹ ਇੱਕ ਹਸਤੀ ਜਿਹੜੀ ਸੰਸਾਰ ਦੇ ਵਿੱਚ ਵਿਆਪਕ ਹੈ, ਸਾਰੇ ਸੰਸਾਰ ਵਿੱਚ ਉਹਦੀ ਸੱਤਾ ਹੈ, ਸਾਰੇ ਸੰਸਾਰ ਦੇ ਵਿੱਚ ਉਹਦੀ ਜੋਤ ਹੈ। ਉਹਨੂੰ ਮਹਾਰਾਜ ਨੇ ਇੱਕ ਆਖਿਆ, ਉਹਦੇ ਤੋਂ ਬਿਨਾਂ ਦੂਜਾ ਕੋਈ ਆਖਿਆ ਹੀ ਨਹੀਂ। ਇਉਂ ਜੇ ਸਾਨੂੰ ਆਖਿਆ ਕਿ ਤੁਹਾਡਾ ਮਾਲਕ, ਤੁਹਾਡਾ ਸਾਈਂ, ਕਿੰਨੇ ਕੁ ਹੋ ਸਕਦੇ ਨੇ ਮਾਲਕ ਸਾਡੇ? ਤੇ ਇਸ਼ਾਰਾ ਸਾਨੂੰ ਕਰ ਦਿੱਤਾ ਵੀ ਏਕ ਪਿਤਾ। ਹੁਣ ਇੱਥੇ ਕੋਈ ਦੂਜੀ ਗੱਲ ਨਹੀਂ ਕੀਤੀ। ਭਾਵੇਂ ਕਿ ਦੁਨੀਆ ਵਿੱਚ ਅਗਿਆਨੀ ਤੇ ਅੰਧੇ ਲੋਕਾਂ ਨੇ ਪਤਾ ਨਹੀਂ ਕਿਹਨੂੰ ਕਿਹਨੂੰ ਪਿਤਾ ਆਖਿਆ। ਅੱਜ ਦਾ ਸਮਾਂ ਵੀ ਇਦਾਂ ਦਾ ਹੀ ਹੈ। ਜਨਮ ਦੇਣ ਵਾਲੇ ਪਿਤਾ ਦਾ ਉਹਨਾਂ ਭਾਵੇਂ ਸਤਿਕਾਰ ਨਾ ਹੋਵੇ, ਜਿੰਨਾ ਪਖੰਡੀ ਤੇ ਦੰਭੀ ਸਾਧਾਂ ਨੂੰ ਲੋਕਾਂ ਨੇ ਪਿਤਾ ਕਹਿ ਕੇ ਨਵਾਜਿਆ। ਗੌਰ ਕਰਿਓ ਸਾਧ ਸੰਗਤ, ਦੰਭੀ ਸਾਧਾਂ ਨੂੰ, ਪਖੰਡ ਕਰਨ ਵਾਲਿਆਂ ਨੂੰ ਪਿਤਾ ਜੀ ਪਿਤਾ ਜੀ ਪਿਤਾ ਜੀ ਕਰਦੇ ਫਿਰਨਗੇ। ਪਰ ਜਿਹੜੇ ਪਿਤਾ ਜੀ ਹੁੰਦੇ ਨਾ, ਉਹ ਬਿਰਧ ਆਸ਼ਰਮਾਂ 'ਚ ਧੱਕੇ ਖਾਂਦੇ ਨੇ। ਲੋਕ ਵੱਖ-ਵੱਖ ਤਰ੍ਹਾਂ ਦੀਆਂ ਯਾਤਰਾਵਾਂ ਕਰਦੇ ਨੇ, ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਬੜੀ ਸ਼ਰਧਾ ਭਾਵਨਾ ਰੱਖ ਕੇ ਜਾਂਦੇ ਨੇ, ਕਿਉਂਕਿ ਘਰਾਂ ਦੇ ਮਾਹੌਲ ਕੁਝ ਇਸ ਤਰ੍ਹਾਂ ਦੇ ਬਣ ਗਏ ਕਿ ਬੰਦੇ ਨੂੰ ਸ਼ਰਧਾ ਰੱਖਣੀ ਵੀ ਮਜਬੂਰੀ ਬਣ ਗਈ ਹੈ ਕਿ ਜੇ ਸ਼ਰਧਾ ਨਾ ਜਾਵਾਂਗਾ ਤੇ ਘਰ ਦਾ ਮਾਹੌਲ ਤਬਦੀਲ ਹੋ ਜਾਵੇਗਾ। ਜੇ ਸ਼ਰਧਾ ਦੇ ਨਾਲ ਨਾ ਗਿਆ ਤੇ ਸ਼ਾਇਦ ਹੋ ਸਕਦਾ ਹੈ ਕਲੇਸ਼ ਘਰ ਵਿੱਚ ਹੋਰ ਵੀ ਵੱਧ ਜਾਵੇ। ਸ਼ਰਧਾ ਰੱਖਣਾ ਵੀ ਇੱਕ ਧਰਮ ਦੇ ਨਾਂ ਤੇ ਮਜਬੂਰੀ ਬਣ ਗਈ ਹੈ। ਸ਼ਰਧਾ ਤੇ ਇੱਕ ਸ਼ੌਂਕ ਦਾ ਨਾਮ ਸੀ ਕਿ ਆਪਾਂ ਸਮਰਪਿਤ ਕਰਕੇ ਤੁਰਨਾ ਆਪਣੇ ਪਿਆਰੇ ਨੂੰ। ਜਦੋਂ ਪਿਆਰੇ ਵੱਲ ਨੂੰ ਤੁਰਨਾ, ਉਦੋਂ ਮਨ 'ਚ ਕੋਈ ਖਿਆਲ ਨਹੀਂ ਲੈ ਕੇ ਤੁਰਨਾ। ਸਤਿਗੁਰੂ ਮਹਾਰਾਜ ਦੀ ਬਾਣੀ ਨੇ ਆਖਿਆ ਨਾ, ਸਾਧੂ ਕੋ ਮਿਲਣੇ ਜਾਈਏ। ਦੇਖੋ ਕਿੰਨੇ ਖਿਆਲ ਬੰਦਾ ਲੈ ਕੇ ਤੁਰਦਾ ਏ, ਉਦੋਂ ਕਿਹੜੀਆਂ ਕਿਹੜੀਆਂ ਭਾਵਨਾਵਾਂ ਲੈ ਕੇ ਬੰਦਾ ਤੁਰਦਾ ਏ। ਗੁਰੂ ਵੱਲ ਨੂੰ ਤੁਰਦਾ ਏ ਜਦੋਂ, ਕਿੰਨੀਆਂ ਭਾਵਨਾਵਾਂ ਲੈ ਕੇ ਤੁਰਦਾ ਏ। ਤੇ ਭਗਤ ਕਬੀਰ ਸਾਹਿਬ ਕਹਿੰਦੇ, ਜਦੋਂ ਗੁਰੂ ਨੂੰ ਮਿਲਣ ਵਾਸਤੇ ਜਾਵੀਂ ਤੇ ਉਦੋਂ ਆਹ ਚੀਜ਼ਾਂ ਤੂੰ ਨਾਲ ਨਾ ਲੈ ਕੇ ਜਾਵੀਂ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਪਿੱਛੇ ਪੈਰ ਨਹੀਂ ਹਟਾਉਣਾ, ਸਗੋਂ ਅੱਗੇ ਨੂੰ ਵਧਦੇ ਜਾਣਾ। ਤੇ ਨਾਲ ਇੱਕ ਗੱਲ ਯਾਦ ਰੱਖਣੀ ਵੀ ਜਦੋਂ ਸਾਧੂ ਨੂੰ ਮਿਲਣ ਜਾਣਾ ਹੈ ਨਾ, ਆਹ ਚੀਜ਼ਾਂ ਨਾਲ ਨਹੀਂ ਲੈ ਕੇ ਜਾਣੀਆਂ। ਜਿਹੜੀਆਂ ਵਾਧੂ ਦੀਆਂ ਇੱਛਾਵਾਂ ਉਹਨਾਂ ਨੂੰ ਨਾਲ ਨਾ ਲੈ ਕੇ ਜਾਵੀਂ। ਦੁਨਿਆਵੀ ਪਦਾਰਥਾਂ ਦੀ ਭੁੱਖ ਨਾ ਲੈ ਕੇ ਜਾਵੀਂ। ਜਿਹੜੀ ਕਿ ਤੂੰ ਅੰਨੀ ਸ਼ਰਧਾ ਲੈ ਕੇ ਜਾਣਾ, ਉਹ ਨਾ ਲੈ ਕੇ ਜਾਵੀਂ। ਜਿੰਨਾ ਕੁਝ ਤੂੰ ਚੁੱਕ ਕੇ ਤੁਰਿਆ ਫਿਰਦਾ ਹੈ ਨਾ, ਕਹਿਣਾ ਹੈ ਕਿ ਮੇਰਾ ਆ ਮੈਨੂੰ ਮਿਲ ਜਾਵੇ, ਮੇਰਾ ਆ ਕਾਜ ਸਬਰ ਜਾਵੇ, ਇਹ ਗੁਰੂ ਕੋਲ ਨਾ ਲੈ ਕੇ ਜਾਵੀਂ। ਗੁਰੂ ਤਾਂ ਸਮਰੱਥ ਹੈ, ਗੁਰੂ ਤੇ ਦਇਆਵਾਨ ਹੈ, ਗੁਰੂ ਤਾਂ ਘਟ ਘਟ ਦੀ ਜਾਣਨ ਵਾਲਾ ਹੈ, ਹਰ ਹਿਰਦੇ ਨੂੰ ਸਮਝਣ ਵਾਲਾ ਹੈ।
ਜਿਹੜਾ ਸਾਰੇ ਜੀਵਾਂ ਨੂੰ ਜਨਮ ਦੇ ਕੇ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਉਹਦੀਆਂ ਨਿਗਾਹਾਂ ਤੋਂ ਤੂੰ ਦੂਰ ਨਹੀਂ ਹੋ ਸਕਦਾ। ਔਰ ਇਹ ਨਹੀਂ ਹੋ ਸਕਦਾ ਵੀ ਤੈਨੂੰ ਉਹਨੇ ਵਿਸਾਰ ਦਿੱਤਾ ਹੋਵੇ। ਇਹ ਜ਼ਰੂਰ ਹੋ ਸਕਦਾ ਵੀ ਤੂੰ ਉਹਨੂੰ ਵਿਸਾਰਿਆ ਹੈ। ਉਹ ਤੈਨੂੰ ਭੁੱਲਦਾ ਨਹੀਂ, ਉਹ ਭੁੱਲਣਹਾਰਾ ਨਹੀਂ ਹੈ, ਕੇਵਲ ਭੁੱਲਦਾ ਹੈ ਤੂੰ। ਉਹਨੂੰ ਤਾਂ ਮਹਾਰਾਜ ਦੀ ਬਾਣੀ ਨੇ ਆਖਿਆ, ਅਭੁੱਲ ਗੁਰੂ ਕਰਤਾਰ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲਦਾ ਏ, ਦਿੱਤੀਆਂ ਦਾਤਾਂ ਨੂੰ ਮੰਨਣ ਤੋਂ ਬਾਅਦ ਵੀ ਬੰਦਾ ਭੁੱਲਦਾ ਏ। ਪਰ ਜੇ ਅਭੁੱਲ ਹੈ ਨਾ, ਸਾਨੂੰ ਜਨਮ ਦੇ ਕੇ ਤੇ ਸਾਡਾ ਧਿਆਨ ਰੱਖਣ ਵਾਲਾ, ਉਹ ਕਦੇ ਭੁੱਲਦਾ ਨਹੀਂ, ਕਦੇ ਸਾਨੂੰ ਵਿਸਾਰਦਾ ਨਹੀਂ, ਅਸੀਂ ਉਹਨੂੰ ਵਿਸਾਰ ਦਿੰਦੇ ਹਾਂ। ਉਹਨੂੰ ਮਹਾਰਾਜ ਦੀ ਬਾਣੀ ਨੇ ਆਖਿਆ, ਅਭੁੱਲ ਗੁਰੂ ਕਰਤਾਰ। ਗੁਰੂ ਵੀ ਨਹੀਂ ਭੁੱਲਦਾ ਤੇ ਕਰਤਾਰ ਰੱਬ ਵੀ ਨਹੀਂ ਭੁੱਲਦਾ। ਭੁੱਲਦਾ ਕੌਣ ਹੈ? ਭੁੱਲਣ ਅੰਦਰ ਸਭ ਕੋ, ਸਾਰਾ ਸੰਸਾਰ ਭੁੱਲਦਾ ਹੈ। ਖੈਰ, ਮਹਾਰਾਜ ਦੀ ਬਾਣੀ ਨੇ ਜਦੋਂ ਸਾਨੂੰ ਪਿਤਾ ਬਣਾਉਣ ਵਾਸਤੇ ਆਖਿਆ ਨਾ ਵੀ ਤੁਸੀਂ ਪਿਤਾ ਕਿਹਨੂੰ ਬਣਾਉਣਾ ਹੈ ਤੇ ਕਿਹੋ ਜਿਹਾ ਪਿਤਾ ਹੋਵੇ, ਮਹਾਰਾਜ ਕਹਿੰਦੇ ਉਦੋਂ ਰੱਬ ਨੂੰ ਹੀ ਪਿਤਾ ਬਣਾ। ਇਉਂ ਆਖ ਵੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਪਹਿਲਾ ਪੁਆਇੰਟ ਆਪਾਂ ਸਾਂਝਾ ਕੀਤਾ ਸੀ। ਮਹਾਰਾਜ ਨੇ ਜਦੋਂ ਗੁਣ ਗਾਉਣ ਲਈ ਪ੍ਰੇਰਨਾ ਦਿੱਤੀ, ਉਦੋਂ ਆਖਿਆ ਵੀ ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਦੂਸਰੀ ਗੱਲ ਜਦੋਂ ਆਪਾਂ ਸਾਂਝੀ ਕੀਤੀ ਸੀ ਕਿ ਜਿਹੜਾ ਦਾਤਾਂ ਦੇ ਰਿਹਾ ਸਾਰੇ ਸੰਸਾਰ ਨੂੰ, ਉਹਦੇ ਬਾਰੇ ਵੀ ਮਹਾਰਾਜ ਨੇ ਆਖਿਆ, ਸਭਨਾ ਜੀਆਂ ਕਾ ਇੱਕ ਦਾਤਾ। ਇੱਕੋ ਹੀ ਦਾਤਾ ਹੈ ਸਾਰੇ ਜੀਵਾਂ ਦਾ, ਬਹੁਤੇ ਦਾਤੇ ਨਹੀਂ ਹੈ। ਭਾਵੇਂ ਕਿ ਬੰਦੇ ਨੇ ਆਪਣੇ ਭਿਖਾਰੀ ਸੁਭਾਅ ਦੇ ਨਾਲ ਬੜੇ ਦਾਤੇ ਤਿਆਰ ਕਰ ਲਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ। ਐਸੇ ਦਾਤੇ ਤੋਂ ਕੀ ਲੈਣਾ ਵਾ ਜਿਹਦੇ ਤੋਂ ਇੱਕ ਵਾਰੀ ਮੰਗ ਕੇ ਫਿਰ ਦੁਬਾਰਾ ਮੰਗਣਾ ਪਵੇ। ਤੂੰ ਉਸ ਦਾਤੇ ਨਾਲ ਸਾਂਝ ਬਣਾ ਜਿਹਦੇ ਕੋਲੋਂ ਮੰਗਣ ਦੀ ਲੋੜ ਨਾ ਪਵੇ, ਤੈਨੂੰ ਮੰਗਣ ਤੋਂ ਬਿਨਾਂ ਹੀ ਦਿੱਤੀ ਜਾਵੇ ਉਹ ਦਾਤਾ। ਉਸ ਦਾਤੇ ਨਾਲ ਸਾਂਝ ਬਣਾ। ਤੇ ਦੂਸਰੀ ਗੱਲ ਮੈਂ ਕੀਤੀ ਸੀ, ਆਪ ਜੀ ਦੇ ਨਾਲ ਸਾਂਝ ਪਾਈ ਸੀ ਕਿ ਜਦੋਂ ਅਸੀਂ ਦਾਤਾ ਵੇਖਣਾ ਸੰਸਾਰ ਦੇ ਵਿੱਚੋਂ, ਤੇ ਉਦੋਂ ਵੀ ਇੱਕ ਨੂੰ ਵੇਖਣਾ, ਇੱਕ ਪਰਮਾਤਮਾ ਨੂੰ ਹੀ ਮੰਨਣਾ ਵੀ ਦਾਤਾ ਇੱਕੋ ਹੀ ਹੈ। ਦੂਜਾ ਕੋਈ ਸੰਸਾਰ ਦੇ ਅੰਦਰ ਸਾਨੂੰ ਦਾਤਾਂ ਦੇਣ ਵਾਲਾ ਨਹੀਂ। ਹੁਣ ਗੱਲ ਤੀਸਰੀ ਹੈ ਕਿ ਜਦੋਂ ਬਹੁ ਗਿਣਤੀ ਲੋਕ ਪਖੰਡੀਆਂ ਨੂੰ, ਦੰਭੀਆਂ ਨੂੰ ਪਿਤਾ 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 ਕਹਿ ਕੇ ਭੱਜੇ ਫਿਰਦੇ ਨੇ, ਭਾਵੇਂ ਕਿ ਅਸਲੀ ਪਿਤਾ ਨੂੰ ਉਹ ਪਿਤਾ ਮੰਨਣ ਲਈ ਤਿਆਰ ਨਹੀਂ ਹੈ, ਨਕਲੀਆਂ ਨੂੰ ਪਿਤਾ ਮੰਨਣ ਲਈ ਬੜਾ ਤਿਆਰ ਰਹਿੰਦੇ ਨੇ, ਨਕਲੀਆਂ ਨੂੰ ਪਿਤਾ ਬਣਾ ਲੈਂਦੇ ਨੇ। ਪਰ ਗੌਰ ਕਰਿਓ, ਗੁਰਬਾਣੀ ਆਖਦੀ ਹੈ ਜਦੋਂ ਤੂੰ ਪਿਤਾ ਮੰਨਣਾ ਹੈ ਨਾ, ਤੇਰਾ ਪਿਤਾ ਵੀ ਇੱਕੋ ਹੀ ਹੈ। ਉਹ ਕੌਣ ਹੈ? ਏਕ ਪਿਤਾ ਏਕ ਸਕੇ ਹਮ ਬਾਰਕ। ਇੱਕੋ ਹੀ ਪਿਤਾ ਹੈ। ਉਹਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਿਤਾ ਆਖਿਆ, ਰੱਬ ਨੂੰ ਪਿਤਾ ਆਖਿਆ, ਜਿਹੜਾ ਤੈਨੂੰ ਜੀਵਨ ਦੇ ਕੇ ਤੇ ਤੇਰੀ ਪ੍ਰਤਪਾਲਣਾ ਕਰ ਰਿਹਾ ਹੈ। ਸਤਿਗੁਰੂ ਸੱਚਾ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਮਹਾਰਾਜ ਆਖਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਮੈਨੂੰ ਨਾ ਕਿਸੇ ਨੂੰ ਮਾਂ ਆਖਣ ਦੀ ਲੋੜ ਹੈ ਤੇ ਨਾ ਕਿਸੇ ਨੂੰ ਪਿਤਾ ਆਖਣ ਦੀ ਲੋੜ ਹੈ। ਇੱਕ ਦੀ ਗੱਲ ਨਹੀਂ ਮੈਂ ਕਰਨ ਲੱਗਾ, ਸਾਰੀ ਸਾਂਝੇ ਤੌਰ ਤੇ ਗੱਲ ਕਰਨ ਲੱਗਾ। ਕੋਈ ਇਸ ਗੱਲ ਦਾ ਭਰਮ ਨਾ ਕਰ ਲਵੇ ਕਿ ਕਿਧਰੇ ਸਾਨੂੰ ਇਹ ਸੰਬੋਧਨ ਹੋ ਕੇ ਗੱਲ ਕੀਤੀ ਗਈ ਹੈ ਜਾਂ ਸਾਨੂੰ ਟੈਗ ਕਰਕੇ ਗੱਲ ਕੀਤੀ ਗਈ ਹੈ। ਬੰਦਾ ਜਦੋਂ ਦੇਵੀਆਂ ਦੀ ਪੂਜਾ ਕਰਦਾ ਤੇ ਉਹਨੂੰ ਮਾਂ ਕਹਿ ਕੇ ਪੂਜਾ ਕਰਦਾ ਹੈ, ਮਾਂ ਲక్ష్ਮੀ ਹੈ, ਜਾਂ ਹੋਰ ਦੇਵੀਆਂ ਦੇ ਨਾਮ ਲੈਂਦਾ ਹੈ ਤੇ ਉਦੋਂ ਮਾਂ ਕਹਿੰਦਾ ਹੈ। ਪਰ ਗੌਰ ਕਰਿਓ, ਕਦੇ ਸੋਚਿਓ ਇਸ ਗੱਲ ਨੂੰ ਵੀ ਜਿਹੜੀ ਜਨਮ ਦੇਣ ਵਾਲੀ ਸੀ ਉਹਨੂੰ ਵੀ ਮਾਂ ਦਾ ਰੁਤਬਾ ਦਿੱਤਾ ਕਿ ਜਾਂ ਮਾਂ ਘਰ ਵਿੱਚ ਹੀ ਰੁਲਦੀ ਹੈ। ਮਾਂ ਦੇ ਦਰਸ਼ਨਾਂ ਨੂੰ ਟਰੱਕਾਂ ਵਿੱਚ ਬੈਠ ਜਾਂਦਾ ਹੈ, ਪਿਤਾ ਦੇ ਦਰਸ਼ਨ ਕਰਨ ਵਾਸਤੇ ਟਰਾਲੀਆਂ ਦੇ ਵਿੱਚ ਪਰਾਲੀ ਸੁੱਟ ਕੇ ਬੈਠ ਜਾਂਦਾ ਹੈ, ਗੱਦੇ ਸੁੱਟ ਕੇ ਬੈਠ ਜਾਂਦਾ ਹੈ, ਤੰਬੂ ਲਾ ਦਿੰਦਾ ਹੈ, ਦੂਰ ਦਰਾਡੇ ਤੱਕ ਪਹੁੰਚ ਜਾਂਦਾ ਹੈ। ਪਿਤਾ ਦੇ ਦਰਸ਼ਨ ਕਰਨ ਚੱਲਿਆ, ਮਾਂ ਦੇ ਦਰਸ਼ਨ ਕਰਨ ਚੱਲਿਆ। ਜਿਹੜੀ ਘਰ ਵਿੱਚ ਬੈਠੀ ਉਹਨੂੰ ਕਿਹੜਾ ਰੁਤਬਾ ਦੇ ਰਿਹਾ ਤੂੰ? ਜਿਹਨੇ ਤੈਨੂੰ ਜਨਮ ਦਿੱਤਾ ਉਹਦੇ ਬਾਰੇ ਤੇਰਾ ਕੀ ਖਿਆਲ ਹੈ? ਜਿਸ ਪਿਤਾ ਨੇ ਤੇਰੀਆਂ ਲੋੜਾਂ ਹੀ ਪੂਰੀਆਂ ਕੀਤੀਆਂ ਉਹਦੇ ਬਾਰੇ ਤੇਰਾ ਕੀ ਖਿਆਲ ਹੈ? ਉਹਨੂੰ ਤਾਂ ਤੂੰ ਘਰ ਵਿੱਚ ਰੋਲ ਦਿੱਤਾ ਹੈ, ਉਹਦੀ ਤਾਂ ਤੂੰ ਵੱਧ ਤੋਂ ਵੱਧਤਰ ਕਰ ਦਿੱਤੀ ਹੈ ਜ਼ਿੰਦਗੀ। ਉਹਦੇ ਬਾਰੇ ਤੇਰਾ ਕੀ ਵਿਚਾਰ ਹੈ? ਖੈਰ, ਵਿਸ਼ਾ ਇਹ ਨਹੀਂ ਸੀ, ਭਾਵੇਂ ਕਿ ਵਿਸ਼ੇ ਦੇ ਵਿੱਚੋਂ ਇਹ ਗੱਲ ਚੱਲਦੀ ਹੋਈ ਸਾਂਝੀ ਕਰਨੀ ਵੀ ਬੜੀ ਜ਼ਰੂਰੀ ਹੈ। ਬੰਦਾ ਦੁਨਿਆਵੀ ਤੌਰ ਤੇ
ਨੈਤਿਕਤਾ ਨੂੰ ਭੁੱਲ ਕੇ, ਆਪਣੇ ਨਿੱਜੀ ਫਰਜ਼ਾਂ ਨੂੰ ਭੁੱਲ ਕੇ, ਜਿਹੜੇ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਰਨ ਵਾਲੇ ਕੰਮ ਨੇ ਉਹਨਾਂ ਨੂੰ ਭੁੱਲ ਕੇ, ਧਾਰਮਿਕਤਾ ਦੇ ਰਸ ਨੂੰ ਚੂਸਦਾ ਹੋਇਆ, ਧਾਰਮਿਕਤਾ ਦੇ ਰਸ ਨੂੰ ਮਾਨਣ ਦੇ ਲਈ ਇਉਂ ਭੱਜਦਾ ਹੈ ਵੀ ਜਿਵੇਂ ਜਿਨ੍ਹਾਂ ਬਾਰੇ ਬਹੁ ਗਿਣਤੀ ਲੋਕ ਆਖਦੀ ਵੀ ਇਹ ਪਿਤਾ ਜੀ ਨੇ, ਇਹ ਗੁਰੂ ਜੀ ਨੇ, ਇਹ ਧਾਰਮਿਕ ਸਥਾਨਾਂ ਤੇ ਸਾਨੂੰ ਬਹੁਤ ਵੱਡੀ ਪ੍ਰਾਪਤੀ ਹੋਣੀ ਹੈ। ਕਈ ਵਾਰ ਉਹ ਰਸ ਫਿੱਕਾ ਪੈ ਜਾਂਦਾ ਹੈ ਬੰਦੇ ਦਾ, ਉਹ ਰਸ ਫਿੱਕਾ ਹੋ ਜਾਂਦਾ ਹੈ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਪਰ ਉਹ ਰਸ ਕਦੀ ਫਿੱਕਾ ਨਹੀਂ ਹੁੰਦਾ ਜਿਹੜਾ ਤੇਰੇ ਘਰ ਵਿੱਚ ਬੜੀ ਵੱਡੀ ਅਮਾਨਤ ਪਈ ਹੈ, ਤੇਰੇ ਘਰ ਵਿੱਚ ਬੜਾ ਵੱਡਾ ਖਜ਼ਾਨਾ ਹੈ। ਘਰ ਵਿੱਚ ਬੈਠਾ ਹੋਇਆ ਮਾਂ ਬਾਪ, ਉਹਨਾਂ ਦੇ ਜਾ ਕੇ ਤੂੰ ਪੈਰ ਪਕੜ ਕੇ ਉਹਨਾਂ ਦੇ ਗੋਡੇ ਘੁੱਟ ਦੇ, ਉਹਨਾਂ ਦਾ ਸਰੀਰ ਦਬਾ ਦੇ, ਉਹਨਾਂ ਦਾ ਸਿਰ ਦਬਾ ਦੇ, ਦਰਦ ਹੁੰਦਾ ਏ। ਉਹਨਾਂ ਦੇ ਨੇੜੇ ਹੋ ਕੇ ਉਹਨਾਂ ਦਾ ਹਾਲ ਚਾਲ ਹੀ ਪੁੱਛ ਲਵੇਂ ਨਾ ਤੂੰ ਇੱਕ ਵਾਰੀ, ਤੇ ਸੱਚ ਜਾਣੀ ਤੂੰ ਸਮਝ ਲਵੀਂ ਵੀ ਗੁਰਧਾਮਾਂ ਦੇ ਦੀਦਾਰ ਕਰਕੇ ਆ ਗਿਆ। ਤੈਨੂੰ ਗੁਰਧਾਮਾਂ ਦੇ ਦੀਦਾਰ ਹੋ ਗਏ ਜੇ ਤੂੰ ਆਪਣੇ ਮਾਂ ਬਾਪ ਦੇ ਨੇੜੇ ਹੋ ਕੇ ਹਾਲ ਪੁੱਛ ਲਿਆ। ਤੇ ਮਾਂ ਬਾਪ ਮੰਜੇ ਤੇ ਰੁਲਦਾ ਰਹਿੰਦਾ ਹੈ, ਪਾਣੀ ਦਾ ਗਲਾਸ ਨੇੜੇ ਨਹੀਂ ਹੁੰਦਾ, ਅੱਖਾਂ ਤੋਂ ਦਿਸਦਾ ਨਹੀਂ ਹੈ, ਬੋਲਿਆ ਜਾਂਦਾ ਨਹੀਂ ਹੈ, ਤੇ ਬੰਦਾ ਘਰ ਵਿੱਚ ਇਕੱਲਿਆਂ ਨੂੰ ਛੱਡ ਕੇ ਆਖੇ ਮੈਂ ਤਾਂ ਯਾਤਰਾ ਨੂੰ ਚੱਲਿਆ, ਮਾਂ ਦੇ ਦਰਸ਼ਨ ਕਰਨ ਚੱਲਿਆ, ਤੇ ਉੱਥੋਂ ਜੇ ਤਾਂ ਸੱਚਮੁੱਚ ਪ੍ਰਤੱਖ ਰੂਪ ਵਿੱਚ ਹੋਵੇ ਤੇ ਮਾਂ ਵੀ ਉੱਠ ਕੇ ਆਖੇ ਵੀ ਜਿਹੜੀ ਤੇਰੀ ਮਾਂ ਸੀ ਉਹਨੂੰ ਤਾਂ ਤੂੰ ਛੱਡ ਆਇਆ, ਜਿਹੜੀ ਅਸਲੀ ਮਾਂ ਸੀ ਉਹਨੂੰ ਕਿੱਥੇ ਛੱਡ ਕੇ ਆਇਆ, ਉਹਦੇ ਬਾਰੇ ਤੇਰਾ ਕੀ ਖਿਆਲ ਸੀ। ਖੈਰ, ਜਦੋਂ ਤੂੰ ਪਿਤਾ ਤੇ ਜਦੋਂ ਮਾਂ ਦਾ ਦਰਜਾ ਦੇਣਾ ਹੈ ਨਾ, ਉਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਦੇਵੀਂ, ਕਿਸੇ ਹੋਰ ਨੂੰ ਨਹੀਂ। ਐਵੇਂ ਨਾ ਭਟਕ ਜਾਵੀਂ ਕਿ ਥਾਂ ਥਾਂ ਤੇ ਮਾਂ ਦੇ ਦਰਜੇ ਦੇਈ ਜਾਵੇਂ, ਥਾਂ ਥਾਂ ਤੇ ਪਿਤਾ ਦੇ ਦਰਜੇ ਦੇਈ ਜਾਵੇਂ। ਪਿਤਾ ਵੀ ਤੇਰਾ ਇੱਕੋ ਹੀ ਹੈ ਤੇ ਮਾਂ ਵੀ ਇੱਕੋ ਹੀ ਹੈ। ਮਹਾਰਾਜ ਕਹਿੰਦੇ ਉਹ ਕੌਣ ਹੈ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤੇਰੇ ਤੋਂ ਬਿਨਾ ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ। ਦੇਖੋ, ਜਿੱਥੇ ਰਿਸ਼ਤੇਦਾਰ ਵੀ ਬਾਂਹ ਛੱਡ ਜਾਣ ਨਾ, ਅਕਾਲ ਪੁਰਖ ਵਾਹਿਗੁਰੂ ਬਾਂਹ ਪਕੜ ਲੈਂਦਾ ਹੈ। ਗੁਰੂ ਸਾਨੂੰ ਡੁੱਬਣ ਨਹੀਂ ਦਿੰਦਾ, ਗੁਰੂ ਐਡਾ ਬੇਅੰਤ ਹੈ। ਅਕਾਲ ਪੁਰਖ ਵਾਹਿਗੁਰੂ ਸਾਨੂੰ ਕਦੇ ਡੁੱਬਣ ਨਹੀਂ ਦੇਵੇਗਾ ਜੇ ਅਸੀਂ ਉਹਦੇ ਹੋ ਕੇ ਰਹਿ ਜਾਵਾਂਗੇ ਤੇ। ਪਰ ਜਦੋਂ ਅਸੀਂ ਮਨਮਰਜ਼ੀਆਂ ਦੇ ਨਾਲ ਆਪਣੇ ਗੁਰੂ ਤਿਆਰ ਕਰ ਲੈਂਦੇ ਹਾਂ, ਅਖੌਤੀ ਦੰਭੀ ਪਖੰਡੀਆਂ ਨੂੰ ਜਦੋਂ ਗੁਰੂ ਮੰਨਦੇ ਆ, ਉਹ ਆਪ ਤਾਂ ਡੁੱਬਦੇ ਆ ਤੇ ਦੂਜਿਆਂ ਨੂੰ ਵੀ ਡੋਬ ਦਿੰਦੇ ਨੇ। ਇਸ ਲਈ ਬੜਾ ਪਿਆਰਾ ਬਚਨ ਬਾਣੀ ਦੇ ਵਿੱਚ ਆਇਆ, ਮਹਾਰਾਜ ਆਖਦੇ ਗੁਰੂ ਜਿਨ੍ਹਾਂ ਕਾ ਅੰਧਲਾ, ਸ਼ਬਦ ਆਇਆ ਗੁਰੂ। ਗੁਰੂ ਦਾ ਅਰਥ ਤਾਂ ਹੁੰਦਾ ਹੈ ਵੀ ਗਿਆਨ ਵਿੱਚ ਲੈ ਕੇ ਜਾਣ ਵਾਲਾ, ਅਗਿਆਨਤਾ ਦੇ ਹਨੇਰੇ ਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਵਿੱਚ ਲੈ ਜਾਣ ਵਾਲੇ ਨੂੰ ਗੁਰੂ ਆਖਿਆ। ਤੇ ਸਤਿਗੁਰੂ ਆਖਦੇ ਜਿਹੜਾ ਅਖੌਤੀ ਆਪਣੇ ਆਪ ਦੇ ਨਾਮ ਨਾਲ ਗੁਰੂ ਸ਼ਬਦ ਜੋੜ ਰਿਹਾ ਹੈ, ਪਰ ਅੰਦਰੋਂ ਅੰਨਾ ਹੈ, ਅੰਦਰੋਂ ਅੰਧਾ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਭੀ ਅੰਧੇ ਕਰਮ ਕਰੇਣ। ਉਹਦੇ ਸ਼ਰਧਾਲੂ ਕੀ ਕਰਨਗੇ? ਭਲਾ ਅੰਨੇ ਹੀ ਕੰਮ ਕਰਨਗੇ। ਗੁਰੂ ਜਿਨ੍ਹਾਂ ਕਾ ਅੰਧਲਾ, ਜਿਨ੍ਹਾਂ ਨੇ ਅੰਧਲਾ ਗੁਰੂ ਬਣਾ ਲਿਆ, ਭਾਵ ਅਗਿਆਨੀ, ਜਿਹਨੂੰ ਕੋਈ ਪਤਾ ਹੀ ਨਹੀਂ ਸੰਸਾਰ ਦਾ, ਜੇ ਉਹਨੂੰ ਹੀ ਬੰਦਾ ਗੁਰੂ ਮੰਨ ਕੇ ਬੈਠ ਜਾਵੇ ਤੇ ਜਿਹੋ ਜੇ ਉਹ ਕਰਮ ਕਰੇਗਾ, ਫਿਰ ਉਹੋ ਜਿਹੇ ਸ਼ਰਧਾਲੂ ਕਰਮ ਕਰੇਗਾ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਭੀ ਅੰਧੇ ਕਰਮ ਕਰੇਨ। ਓਏ ਭਾਣੇ ਚੱਲਣ ਆਪਣੇ ਨਿਤ ਝੂਠੋ, ਝੂਠ ਬੋਲੇਣ। ਉਹ ਆਪਣੀ ਮਰਜ਼ੀ ਨਾਲ ਹੀ ਚੱਲਦੇ ਨੇ ਤੇ ਕਰਦੇ ਕੀ ਨੇ? ਨਿਤ ਝੂਠੋ, ਝੂਠ ਬੋਲੇ। ਨਿਤ ਦੀ ਮਨ ਦੀ ਖੁਰਾਕ ਕੀ ਹੈ? ਝੂਠ ਬੋਲਣਾ। ਝੂਠ ਬੋਲ ਕੇ ਆਪਣੇ ਮਨ ਦੀ ਖੁਰਾਕ ਪੂਰੀ ਕਰਦੇ ਨੇ। ਕੂੜ ਕੁਸੱਤ ਕਮਾਉਂਦੇ, ਉਹ ਝੂਠ ਬੋਲ ਕੇ ਕੂੜ ਦੀ ਕਮਾਈ ਕਰਦੇ ਨੇ, ਨਿਤ ਕੂੜ ਦੀ ਕਮਾਈ ਕਰਦੇ ਨੇ। ਕੂੜ ਕੁਸੱਤ ਕਮਾਉਂਦੇ ਪਰ ਨਿੰਦਾ ਸਦਾ ਕਰੇਣ। ਉਹ ਪਰਾਈ ਨਿੰਦਿਆ ਦੇ ਵਿੱਚ ਡੁੱਬੇ ਰਹਿੰਦੇ ਨੇ। ਇਹ ਹਾਲਤ ਹੈ ਉਹਨਾਂ ਦੀ ਜਿਨ੍ਹਾਂ ਨੇ ਆਪਣੇ ਤੌਰ ਤੇ ਆਪਣਾ ਗੁਰੂ ਵੀ ਨਵਾਂ ਤਿਆਰ ਕਰ ਲਿਆ। ਉਹਨਾਂ ਲੋਕਾਂ ਦੀ ਹਾਲਤ ਐਸੀ ਬਣ ਜਾਂਦੀ ਹੈ, ਉਹ ਆਪ ਡੁੱਬੇ, ਆਪ ਵੀ ਡੁੱਬ ਜਾਂਦੇ ਨੇ, ਆਪਣੀ ਕੁਲ ਨੂੰ ਵੀ ਡੋਬ ਲੈਂਦੇ ਨੇ, ਭਾਵ ਆਪਣਾ ਸਾਰਾ ਅੱਗਾ ਡੋਬ ਲੈਂਦੇ ਨੇ, ਆਪਣੀ ਜਨਰੇਸ਼ਨ ਨੂੰ ਵੀ ਉਧਰ ਹੀ ਡੋਬ ਦਿੰਦੇ ਨੇ। ਅੰਧ ਵਿਸ਼ਵਾਸ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਦੰਭੀਆਂ ਨੇ, ਬਹੁਤ ਸਾਰੇ ਪਖੰਡੀਆਂ ਨੇ, ਘਰਾਂ ਦੇ ਘਰ ਇਉਂ ਹੀ ਬਰਬਾਦ ਕਰ ਦਿੱਤੇ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ।
ਉਹਨਾਂ ਨੂੰ ਮਾਨਸਿਕ ਤੌਰ ਤੇ ਪਾਗਲ ਬਣਾ ਦਿੱਤਾ ਗਿਆ। ਉਹਨਾਂ ਦੇ ਪਰਿਵਾਰ ਆਰਥਿਕ ਸਰੀਰਕ ਸ਼ੋਸ਼ਣ ਜਿਹੜਾ ਉਹਨਾਂ ਦਾ ਰੱਜ ਕੇ ਕੀਤਾ ਉਹਨਾਂ ਨੇ, ਔਰ ਉਹਨਾਂ ਦਾ ਜੋ ਕੁਝ ਲੁੱਟ ਪੁੱਟ ਕੇ ਅਖੀਰ ਸੜਕਾਂ ਤੇ ਆਉਣ ਲਈ ਉਹਨਾਂ ਨੂੰ ਮਜਬੂਰ ਕਰ ਦਿੱਤਾ। ਇਹ ਸੀ ਦੰਭੀਆਂ ਦੀ ਕਹਾਣੀ, ਉਹਨਾਂ ਦੰਭੀ ਗੁਰੂਆਂ ਦੀ ਜਿਹੜੇ ਆਪਣੇ ਆਪ ਗੁਰੂ ਬਣੇ ਸੀ, ਜਿਹੜੇ ਆਪਣੇ ਆਪ ਵਿੱਚ ਹੀ ਦਾਅਵੇਦਾਰੀਆਂ ਕਰਦੇ ਸਨ ਕਿ ਅਸੀਂ ਭੂਤ ਤੇ ਭਵਿੱਖ ਦੀਆਂ ਗੱਲਾਂ ਜਾਣਨ ਵਾਲੇ ਹਾਂ, ਸਾਨੂੰ ਪਿਛਲੀਆਂ ਗੱਲਾਂ ਬਾਰੇ ਵੀ ਪਤਾ ਤੇ ਆਉਣ ਵਾਲੀਆਂ ਬਾਰੇ ਵੀ ਪਤਾ ਹੈ। ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਕਰਕੇ ਅੰਧ ਵਿਸ਼ਵਾਸਾਂ ਦੇ ਵਿੱਚ ਪਾ ਕੇ ਲੁੱਟਦੇ ਸਨ। ਖੈਰ ਮਹਾਰਾਜ ਨੇ ਆਖਿਆ ਤੂੰ ਉਹਨਾਂ ਦੀ ਆਸ ਨਾ ਰੱਖੀ ਜਿਹੜੇ ਆਪ ਡੁੱਬ ਚੁੱਕੇ ਤੇ ਤੈਨੂੰ ਵੀ ਡੋਬ ਦੇਣਗੇ, ਉਹਨਾਂ ਦੇ ਆਸਰੇ ਨਾ ਜੀਵੀ। ਭਗਤ ਫਰੀਦ ਸਾਹਿਬ ਜੀ ਨੇ ਜਿਹੜਾ ਅੱਜ ਸ਼ਲੋਕ ਸਾਡੇ ਹਿਰਦੇ ਦੀ ਝੋਲੀ ਵਿੱਚ ਪਾਇਆ ਹੈ, ਭਗਤ ਫਰੀਦ ਸਾਹਿਬ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ। ਫਰੀਦ ਸਾਹਿਬ ਕਹਿੰਦੇ ਨੇ ਵੀ ਮੈਨੂੰ ਪਰਾਏ ਬਾਰ ਤੇ ਨਾ ਜਾ ਕੇ ਬੈਠਣਾ ਪਵੇ, ਕਿਸੇ ਦੇ ਦਰਵਾਜ਼ੇ ਤੇ ਜਾ ਕੇ ਨਾ ਬੈਠਣਾ ਪਵੇ। ਕਿਉਂ ਨਾ ਬੈਠਣਾ ਪਵੇ? ਕਹਿੰਦੇ ਮੈਂ ਤਾਂ ਇੱਕ ਨੂੰ ਹੀ ਜਾਣਦਾ, ਮੇਰਾ ਅੱਲਾ ਇੱਕ ਹੈ, ਮੇਰਾ ਖੁਦਾ ਇੱਕ ਹੈ, ਮੇਰਾ ਸਾਈਂ ਤੇ ਨਬੀ ਰਸੂਲ ਇੱਕ ਹੈ। ਉਹਦੇ ਨਾਮ ਤੇ ਵੱਖ-ਵੱਖ ਹੋ ਸਕਦੇ ਨੇ ਪਰ ਉਹ ਹੈ ਇੱਕ ਹੈ। ਮੈਂ ਤਾਂ ਇੱਕ ਦੇ ਲੜ ਲੱਗਿਆ, ਮੈਨੂੰ ਦੂਜੇ ਦਾ ਦਰਵਾਜ਼ਾ ਖੜਕਾਉਣ ਦੀ ਜ਼ਰੂਰਤ ਨਹੀਂ ਹੈ। ਸੁਹਾਗਣ ਇਸਤਰੀ, ਪਤੀ ਵਰਤਾ ਧਰਮ ਵਿੱਚ ਜਿਉਣ ਵਾਲੀ ਇਸਤਰੀ ਆਪਣੇ ਸਾਈਂ, ਆਪਣੇ ਮਾਲਕ, ਆਪਣੇ ਪਤੀ ਤੋਂ ਬਿਨਾ ਇੱਧਰ ਉੱਧਰ ਕਿਧਰੇ ਨਿਗਾਹ ਘਮਾਉਂਦੀ ਨਹੀਂ ਹੈ। ਮਾਫ ਕਰਨਾ ਗੁਰੂ ਕੇ ਪਿਆਰਿਓ, ਐਗਜ਼ਾਮਪਲ ਬਾਣੀ ਦੇ ਵਿੱਚ ਦਿੱਤੀ ਹੈ ਮਹਾਰਾਜ ਨੇ। ਸਤਿਗੁਰੂ ਆਖਦੇ ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ। ਉਹ ਆਪਣੇ ਪਤੀ ਦੇ ਵਿੱਚ ਲੀਨ ਹੋ ਜਾਂਦੀ ਹੈ। ਉਹ ਆਪਣੇ ਪਤੀ ਤੋਂ ਬਿਨਾ ਉਹ ਕਹਿੰਦੀ ਮੇਰੇ ਪਤੀ ਵਰਗਾ ਤੇ ਸੰਸਾਰ ਵਿੱਚ ਕੋਈ ਦੂਜਾ ਨਹੀਂ ਹੈ। ਇਹਨੂੰ ਕਹਿੰਦੇ ਸੁਹਾਗਣ ਦੇ ਲੱਛਣ, ਇਹਨੂੰ ਕਹਿੰਦੇ ਪਤੀ ਵਰਤਾ ਔਰਤ ਦੀ ਨਿਸ਼ਾਨੀ, ਇਹਨੂੰ ਕਹਿੰਦੇ ਹੈ ਆਪਣੇ ਪਤੀ ਵਰਤਾ ਧਰਮ ਦੇ ਵਿੱਚ ਪਰਪੱਕ ਉਹ ਇਸਤਰੀ ਜਿਹੜੀ ਇਹ ਗੱਲ ਆਖਦੀ ਹੈ ਸੰਸਾਰ ਅੰਦਰ ਮੇਰੇ ਪਤੀ ਵਰਗਾ ਦੂਜਾ ਨਹੀਂ ਹੈ। ਗੌਰ ਕਰਿਓ, ਸਤਿਗੁਰੂ ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚ ਮੁਖ ਉਜਲਾ। ਉਹਦਾ ਅੰਦਰੋਂ ਵੀ ਸੱਚ ਹੈ ਤੇ ਮੁਖ ਤੇ ਵੀ ਪਵਿੱਤਰਤਾ ਹੈ। ਖਸਮੇ ਮਾਹੇ ਸਮਾਏ, ਆਪਣੇ ਪਤੀ ਦੇ ਵਿੱਚ ਇੱਕ ਮਿਕਤਾ ਹਾਸਲ ਕੀਤੀ ਉਹਨੇ, ਆਪਣੇ ਪਤੀ ਦੀਆਂ ਵਿਚਾਰਾਂ ਦੇ ਵਿੱਚ ਇੱਕ ਮਿਕ ਹੋ ਕੇ ਜਿਉਂਦੀ ਹੈ। ਉਹਨੂੰ ਅਸਲੀ ਸਤ ਸੰਗੀ ਆਖਿਆ ਜਾਂਦਾ, ਜਿਹੜਾ ਗੁਰੂ ਦੇ ਵਿਚਾਰਾਂ ਦੇ ਵਿੱਚ ਐਨ ਲੀਨ ਹੋ ਕੇ ਜਿਉਣਾ ਆਰੰਭ ਕਰ ਦੇਵੇ। ਅਸਲੀ ਮਨੁੱਖ ਉਹ ਹੈ, ਅਸਲੀ ਇਨਸਾਨ ਉਹਨੂੰ ਮੰਨਿਆ ਗਿਆ ਜਿਹੜਾ ਇੱਕ ਰੱਬ ਤੋਂ ਬਿਨਾਂ ਕਿਧਰੇ ਹੋਰ ਥਾਵਾਂ ਤੇ ਭਟਕਦਾ ਹੀ ਨਾ ਫਿਰੇ। ਰੱਬ ਨੂੰ ਤਾਂ ਅਸੀਂ ਇਉਂ ਦਾ ਬਣਾ ਲਿਆ ਆਪਣੀ ਮਰਜ਼ੀ ਦਾ। ਜੇ ਕਿਧਰੇ ਸੁਨਿਆਰ ਦੀ ਦੁਕਾਨ ਵਿੱਚ ਜਾਓ, ਉਹਨੇ ਰੱਬ ਸੋਨੇ ਦਾ ਬਣਾ ਕੇ ਤਿਆਰ ਕੀਤਾ ਹੁੰਦਾ ਹੈ, ਉਹਦੇ ਕੋਲੇ ਰੱਬ ਦੀ ਮੂਰਤੀ ਸੋਨੇ ਦੀ ਹੈ। ਮੰਦਿਰਾਂ ਦੇ ਵਿੱਚ ਜਾਓ ਤੇ ਪੱਥਰ ਦਾ ਰੱਬ ਮਿਲੇਗਾ। ਗੌਰ ਕਰੀ ਜਾਣਾ ਸਾਧ ਸੰਗਤ। ਅੰਧ ਵਿਸ਼ਵਾਸੀਆਂ ਨੂੰ ਪੁੱਛੋ ਰੱਬ ਕਿਹੋ ਜਿਹਾ, ਉਹ ਕਹਿੰਦੇ ਸਾਡਾ ਪਿਤਾ ਹੀ ਰੱਬ ਹੈ, ਇਹਦੇ ਤੋਂ ਬਿਨਾਂ ਰੱਬ ਕੋਈ ਹੋਰ ਹੈ ਹੀ ਨਹੀਂ ਹੈ, ਇਹਨੂੰ ਅਸੀਂ ਗੋਡ ਮੰਨਦੇ ਹਾਂ। ਵੀ ਰੱਬ ਦੇ ਨਾਲ ਖੇਲ ਤੇ ਮਜ਼ਾਕ ਨਹੀਂ ਕੀਤਾ ਜਾ ਰਿਹਾ। ਰੱਬ ਉਹਦੇ ਵਰਗੀ ਤਾਂ ਹਸਤੀ ਕੋਈ ਹੈ ਹੀ ਨਹੀਂ। ਉਹਦਾ ਮਹਾਰਾਜ ਆਖਦੇ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਪਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਦਾ ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਨਾ ਆਕਾਰ ਹੈ, ਉਹਦਾ ਤਾਂ ਪਾਰਾਵਾਰ ਹੀ ਨਹੀਂ ਹੈ। ਉਹਦੇ ਬਾਰੇ ਤਾਂ ਅੰਦਾਜ਼ਾ ਲਾ ਕੇ ਵੀ ਇਉਂ ਆਖਣਾ ਵੀ ਰੱਬ ਏਡਾ ਕਹੇ, ਇਹ ਵੀ ਬੜੀ ਵੱਡੀ ਗੁਸਤਾਖੀ ਹੋਵੇਗੀ। ਤੋ ਬਾਬਾ ਫਰੀਦ ਸਾਹਿਬ ਆਖਦੇ ਮੇਰਾ ਪਰਮਾਤਮਾ, ਮੇਰਾ ਖੁਦਾ ਜਿਹੜਾ ਹੈ ਨਾ, ਮੈਂ ਉਹਦੇ ਅੱਗੇ ਇੱਕੋ ਹੀ ਅਰਦਾਸ ਕਰਦਾ। ਅਰਦਾਸ ਇਹ ਹੈ ਬਾਰ ਪਰਾਏ ਬੈਸਣਾ, ਸਾਈਂ ਮੁਝੇ ਨਾ ਦੇ। ਮੇਰੇ ਸਾਈਂ, ਮੇਰੇ ਮਾਲਕ, ਮੈਨੂੰ ਆਹ ਚੰਗਾ ਨਹੀਂ ਲੱਗਦਾ ਵੀ ਜੇ ਮੈਨੂੰ ਕਿਸੇ ਪਰਾਏ ਦਾ ਬਾਰ ਖੜਕਾਉਣਾ ਪਵੇ। ਮਾਲਕ ਦੇ ਹੁੰਦਿਆਂ, ਸਾਈਂ ਦੇ ਹੁੰਦਿਆਂ, ਆਪਣੇ ਪਤੀ ਦੇ ਹੁੰਦਿਆਂ ਜੇ ਮੈਂ ਦੂਜੇ ਦਾ ਬਾਰ ਖੜਕਾਵਾਂ ਤੇ ਮੇਰੇ ਲਈ ਗੁਸਤਾਖੀ ਵੀ ਹੈ ਤੇ ਮੇਰਾ ਇਹ ਬੜਾ ਵੱਡਾ ਗੁਨਾਹ ਹੋਵੇਗਾ। ਇਸ ਲਈ ਕਿਧਰੇ ਜ਼ਿੰਦਗੀ ਵਿੱਚ ਐਸਾ ਸਮਾਂ ਨਾ ਆ ਜਾਵੇ ਕਿ ਮੈਨੂੰ ਕਿਸੇ ਦੂਜੇ ਦੇ ਦਰਵਾਜ਼ੇ ਤੇ ਜਾ ਕੇ ਬੈਠਣਾ ਪਵੇ। ਮੇਰੇ ਸਾਈਂ, ਮੇਰੇ ਮਾਲਕ,
इदां दा नहीं होना चाहिए। मेरी इक्को ही बेनती है, क्योंकि मैं जद दुनिया वाल तक्कां, जदों मैं संसार वाल तक्कां ते संसार की हालत की है, खसम छोड़ दूजे लगे टूबे सेवण जा रहा। भी जिन्हां ने अपने खसम नूं छड्ड दिता, मालक वाहिगुरू नूं छड्ड दिता, वो तां डुब रहे ने, डुबदे देख रहा मैं। उन्हां दी तां हालत बुरी हो रही है, वो विकारां दे इस समुंदर दे विच चुभियां ला रहे, डुब रहे ने, गोते खा रहे ने, उन्हां दी हालत बुरी हो रही है। ते उन्हां नूं किसे पुछया भी तुहाडी इन्नी माड़ी हालत क्यों है? कहंदे असीं खसम नूं छड्ड दिता, अपने प्यारे दा दर छड्ड दिता है, अपने मालक दे नालों सांझ तोड़ लई है, ताई आ हालत है साडी। गुरु के प्यारिओ, जदों मालक नूं छड्ड दईए, मैं पहले भी एक एग्जाम्पल दिती सी, जिस दिन समुंदर नूं छड्ड के संख बाहर निकलिया ना समुंदर तो, हुण देवतियां दे मंदिर दे विच धाई मारदा है, चीकां मारदा फिरदा है। देवतियां दे मंदिरां दे विच जद भी संख दे विच आवाज दिंदा है पुजारी, ते संख दीयां चीकां निकल जांदियां ने। किसी ने संख नूं पुछया भी तू चीकदा क्यों इन्ना? कहंदा मैं समुंदर नूं छड्ड आया, मालक नूं छड्ड आया। अपने मालक नूं छड्डण तो बाद मेरी आ हालत होई है, हुण तां चीकां निकल रहीआं ने। जदों मैं मालक दा दर छड्ड दांगा ते बाकी ते ठोकरां ही ने। जदों गुरु के प्यारिओ असीं रब नूं गुरु नूं भुल जाने आ ते बाकी होर कई तरह के गुरु तैयार कर लैने, उदों केवल ठोकरां ही बन जांदियां, उदों कुछ नहीं पल्ले विच पैंदा, उदों केवल परेशानियां ते मुश्किलां ते दुख जीवन विच आउंदे ते चिंता झोरियां दा घर बन जांदी जिंदगी। ये गुरु है जिहड़ा सानूं चिंता मुक्त करदा है, गुरु है जिहड़ा साडे जीवन विच आनंद भरदा है, गुरु है जिहड़ा साडे जीवन नूं कच तो कंचन वर्गा बना दिंदा है। तो खैर बाबा फरीद साहब आखदे, फरीदा बार पराया बैसना, साईं मुझे ना दे, जे तू एवें रख सी जियो शरीरों ले, मेरे शरीर विचों जिंद कढ लवी इहदे तो पहला, जे किधरे मैनू किसे पराए दे दरवाजे ते जाण दा मेरा मन भी बने, इहदे तो पहला मेरे प्राण निकल जाण, ताकि मैनू किसे पराए दे दरवाजे ते जाके ना बैठना पवे। भाई नंद लाल सिंह नूं महाराज ने पुछया भी कोई इच्छा है तुहाडी आखरी? लंबा समा तुसी गुरु चरनां विच रह के सेवावां कीतियां ने, बहुत सोहना साहित लिखिया है, बड़े चंगे ढंग दे नाल तुसी इत्थे सेवावां निभाईआं ने, कोई आखरी इच्छा है? ते भाई नंद लाल सिंह ने जिहड़ी इच्छा प्रगटाई ना, उन्होंने अपनियां गज़लां दे विच उहदा जिक्र भी कीता है। ते भाई नंद लाल सिंह ने आख्या, महाराज जदों मेरी मृत्यु होवे, जदों मैं इस दुनिया तो रुखसत हो जावां ते मेरा संस्कार होण लगे, ते उस दिन हवा नहीं चलनी चाहिए। कहंदे क्यों? कहंदे महाराज जे हवा चलेगी ते ओ मेरे सिवे दी राख जिहड़ी है, उस अंगीठे दी राख जिहड़ी है, उड़ के किसे होर दे दरवाजे ते ना चली जावे, ते लोग किधरे ये ना आखण कि सारी जिंदगी भाई नंद लाल सिंह गुरु दे चरनां विच रहा, ते अज इहदे सिवे दी राख उड़ के होर किसे पासे किसे दे दरवाजे ते चले गई है। महाराज बस मेरी इक्को बेनती है, मैं ये नहीं चाहता, जे सारी जिंदगी तुहाडियां चरनां विच मैं कढ़ी है ना, सारी जिंदगी महाराज तुहाडे चरनां दा भौरा बन के जीविया हां, ते मेरी आखिरी इच्छा भी यह है कि उस दिन हवा ना वगे। देखो सिख दीयां भावनावां की ने, सिख दा अकीदा ते विश्वास की है, सिख दे मन दे विचार की ने कि सच्चा पातशाह मेरे मरण तो बाद मेरे सिवे दी राख भी ना किसी विरोधी दे डेरे ते चले जावे, किसी विरोधी दे दरवाजे ते ना चली जावे। ते जे विरोधियों के दरवाजे ते चलेगी ना, जेड़े आपू बने हुए गुरु ने, जेड़े अपने आप नूं रब अखवाउंदे ने, किते उन्हां दे घरां तक मेरी राख भी ना चली जावे। इन्ना परपक्क सिख है, इन्ना सियाणा ते समझदार सिख है कि जेड़ा कहंदा मैं पराए बार ते नहीं जाके बैसना, पराए दरवाजे ते जाके नहीं बैसना, मैं मेरे मालक दा दर छड्ड के मैं किधरे भी नहीं जावांगा, क्योंकि मेरे मालक तो मैनू सब कुछ प्राप्ति हुंदी है, इसलिए मैनू लोड़ नहीं है किसी दूजे दी
पर जे किधरे मन विच इदां दा ख्याल आ भी जावे ते बाबा फरीद साहब कहंदे मेरे साईं मेरे मालक इहदे तो पहला मेरे शरीर चों प्राण कढ लवीं ताकि मेरे कोल तुरन दी हिम्मत ना रवे पराए दरवाजे वाल नूं जाण दी। मेरे प्राण कढ लवीं मेरे शरीर दे विचों। फरीदा बार पराया बैसना साईं मुझे ना दे, जे तू इवें रख सी, जे मैं दुनियावी पदार्थां दे पिछे दौड़ रख के भुख रख के किसी दे दरवाजे ते जाके बैठा, भाव मैं भखारी बन के आपूं बने अखौती बंदियां दे कोलों जाके दाता मंगा ते तैनूं दाता ही ना मन्ना ते इहदे तो पहला मेरी जिंद निकल जावे, मैनूं शरीर दी जरूरत नहीं है। जियो शरीरों ले, मेरे शरीर विचों प्राण खिच लवीं तू। एडी वड्डी भावना इस श्लोक दे विच जिताई है बाबा फरीद साहब जी ने, ते बड़ी वड्डी सिक्ख्या दिती है कि अपने मालिक दा दरवाजा छड्ड के किधरे भी ना जा, अपने मालिक नूं छड्ड के भटकी ना। तेरा मालिक कौन है? तेरा पिता भी अकाल पुरख है, तेरा दाता भी अकाल पुरख है, तू गुण भी एक दे गाउणे है, तू एक दे दरवाजे ते बह के उहदी बंदगी करनी है, उहदा दर छड्ड के ना जावीं। वो समुंदर वर्गा ही, जे समुंदर नूं संख ने छड्डिया ते अज चीकां मारदा ही, जिस दिन तू गुरु नूं छड्ड के जावेंगा सुखी तू भी नहीं होना, तू भटकदा ही फिरना सारी जिंदगी। गुरु रहमत करे असी गुरु चरनां दे भौरे बन के जीवना सीखीए, साडे हिरदे घर विच बाणी दी विचार टिक जावे ते सानू पता लग जावे कि गुरु तो बिना कोई होर नहीं है। उच्ची आवाज विच जपिया करिया करिए, अपने मन नाल गल्लां करिया करिए, गुरु गुरु ऐदां करिया करिए भी सतगुरु मेरे मन विच तेरी गल आवे, गुरु गुरु गुर कर मन मोर, ऐं आख्या करिए। मेरे मना भी गुरु गुरु करया कर, तेरे अंदरों कोई होर आवाज ना निकले भी फलाना गुरु है फलाना गुरु है, बड़ी ताकत उहदे कोले। अज दा सिख तां इउं भी आखण लग पैंदा भी फलानी थां बड़ी जारी है, उत्थे आ हो गया उत्थे आ हो गया। आम गल्ले आम बंदे नूं तां इन्हां गल्लां 'च प्रभावित करके ते मड़ियां मठ पूजण दे लई तोर लैंदे ने, मिट्टी दीआं ढेरियां पूजण लई तोर लैंदे ने, हरियां झंडियां नूं पूजण लई तोर लैंदे ने, दीवियां नूं पूजण लई तोर लैंदे ने, पत्थरां नूं पूजण लई तोर लैंदे ने। इहदा अर्थ जदों इस पासे नूं बंदा तुर गया उदों गुरु दा दर छड्ड गया। इहनूं डेरावादी सोच कह सकदे हां, इहनूं अंध विश्वासी सोच कह सकदे हां। मड़ियां मठ पूजना अंध विश्वासी सोच है बंदे दी, ते अंध विश्वासी सोच ने गुरु भुला लिया। ते जदों गुरु भुलिया ना गुरु के प्यारिओ, ते सतगुरु ने फिर आवाज दिती, आख्या कर गुरु गुरु गुर कर मन मोर, गुरु बिना मैं नाही होर, गुरु तो बिना तेरा कोई दूजा होर नहीं है। गुरु दा दरवाजा छड्ड के किधरे ना पटक जावीं। गुरु रहमत करे, गुरु वाले बणीए, अकाल पुरख वाहिगुरु दे गुण गुरु दे राही जपना करिए। और गुरु कौन है? बाणी गुरु, गुरु है बाणी। शब्द गुरु सुरत तुन चेला, शब्द गुर पीरा गहर गंभीरा। महाराज ने ऐसे बचन दे के बाणी दे विच साडे भरम भुलेखे दूर कीते ने। गुरु पातशाह सबना नूं गुरसिੱਖੀ दी दात चढ़दी कला वाला जीवन बख्शिश करन। भुल चुक दी खिमा बख्शणी आप सब दा धन्नवाद, शुकराना मालिक दा। गुरु फतेह ना सांझ करो सारे गज के आखो जी वाहिगुरु जी का